ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਔਰ ਮੇਰੇ ਲਈ ਬੜੀ ਖੁਸ਼ੀ ਔਰ ਤਸੱਲੀ ਦੀ ਗੱਲ ਆ ਕਿ ਮੇਰੇ ਨਾਲ ਸੀਨੀਅਰ ਜਰਨਲਿਸਟ, ਜਿਨ੍ਹਾਂ ਨੂੰ ਅਸੀਂ ਸਰਪ੍ਰਸਤ ਮੰਨਦੇ ਹਾਂ, ਸਰਦਾਰ ਜਗਤਾਰ ਸਿੰਘ ਇੰਡੀਅਨ ਐਕਸਪ੍ਰੈਸ ਤੋਂ ਅੱਜ ਕੱਲ ਇਹ ਹਿਸਟਰੀ ਤੇ ਹੱਥ ਅਜਮਾ ਰਹੇ ਆ ਔਰ ਆਉਂਦੇ ਸਮਿਆਂ ਦੇ ਵਿੱਚ ਇਹਨਾਂ ਦੀਆਂ ਕਿਤਾਬਾਂ ਦਾ ਮੁਲਾਂਕਣ ਵੱਖਰੇ ਪੱਧਰ ਤੇ ਹੋਊਗਾ, ਇਹ ਮੇਰਾ ਯਕੀਨ ਹੈ ਜਿੰਨਾ ਕਿ ਮੈਂ ਪੜ੍ਹ ਸਕਿਆ। ਜਗਤਾਰ ਸਿੰਘ ਜੀ, ਸਵਾਗਤ। ਥੈਂਕ ਯੂ ਸੋ ਮਚ ਰੰਧਾਵਾ ਜੀ। ਇਸ ਖਿੱਤੇ ਦੀ ਪੋਲਿਟਿਕਸ ਸਿੱਖ ਡੋਮੀਨੇਟਿੰਗ ਰਹੀ ਹੈ, ਬੇਸ਼ੱਕ ਅਕਾਲੀ ਆਧਾਰਿਤ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਦੌਰ ਪਿਛਲੇ ਸਮੇਂ ਦੇ ਵਿੱਚ ਇਹਨੂੰ ਸਿੱਖ ਪੋਲਿਟਿਕਸ ਨਾਲ ਹੀ ਜੋੜ ਕੇ ਦੇਖਿਆ ਜਾਂਦਾ। ਲੇਕਿਨ ਇੱਕ ਟਰਨਿੰਗ ਪੁਆਇੰਟ ਆਉਂਦਾ ਹੈ, ਬੇਅਦਬੀ ਮਾਮਲੇ ਔਰ ਉਸ ਤੋਂ ਬਾਅਦ ਬਰਗਾੜੀ ਦੇ ਇਨਸੀਡੈਂਟ, ਬਹਿਬਲ ਕਲਾਂ ਕੋਟਕਪੂਰਾ ਦੀਆਂ ਘਟਨਾਵਾਂ, ਤੇ ਇਹ ਦੌਰ ਇੱਕ ਵੱਖਰੀ ਦਿਸ਼ਾ ਚਲੇ ਜਾਂਦਾ। ਅੱਜ ਸਿੱਖ ਪੋਲਿਟਿਕਸ ਖੜਾ ਦੇ ਵਿੱਚ ਹੈ। ਅੱਜ ਸਿੱਖ ਪੋਲਿਟਿਕਸ ਆਧਾਰ ਲੱਭਦੀ ਫਿਰਦੀ ਹੈ ਆਪਣਾ। ਅਕਾਲੀ ਪੋਲਿਟਿਕਸ ਲਗਭਗ ਹਾਸ਼ੀਏ ਤੇ ਚਲੇ ਗਈ ਹੈ ਮੌਜੂਦਾ ਦੌਰ ਦੇ ਵਿੱਚ, ਤੇ ਇੱਕ ਵੱਡਾ ਵੈਕਿਊਮ ਕ੍ਰੀਏਟ ਹੋ ਗਿਆ। ਤੁਸੀਂ ਸਾਰੀ ਉਮਰ ਜਗਤਾਰ ਸਿੰਘ ਜੀ ਇਸ ਸਿਆਸਤ ਨੂੰ ਦੇਖਿਆ, ਅੱਜ ਜੇ ਇਹਨੂੰ ਪਰਿਭਾਸ਼ਿਤ ਕਰਨਾ ਹੋਵੇ, ਕਿਉਂਕਿ ਕੱਲ ਫਿਰ ਕੁਝ ਘਟਨਾਵਾਂ ਸੀ ਜਿਹਦੇ ਵਿੱਚ ਕੁਲਤਾਰ ਸਿੰਘ ਸੰਧਵਾਂ ਤਰਜਮਾਨੀ ਤਾਂ ਕਰ ਰਹੇ ਆ ਬਤੌਰ ਸਿੱਖ ਆਮ ਆਦਮੀ ਪਾਰਟੀ ਵੱਲੋਂ, ਪਰ ਉਹ ਹਾੜੇ ਜੇ ਕੱਢਦੇ ਨੇ। ਉੱਥੇ ਸੰਗਤ ਵੀ ਬੈਠੀ ਆ, ਉਹੀ ਮਾਹੌਲ ਹੈ, ਲੇਕਿਨ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਨਦਾਰਦ ਹੈ। ਇੰਜ ਲੱਗਦਾ ਜਿਵੇਂ ਅਸੀਂ ਇੱਕ ਵੱਡੇ ਵੈਕਿਊਮ ਦੇ ਵਿੱਚ ਸੁੱਟ ਦਿੱਤੇ ਗਏ ਹੋਈਏ। ਇਹਨੂੰ ਕਿਵੇਂ ਐਡਰੈਸ ਕਰੋਗੇ? ਨਹੀਂ, ਜਿਹੜਾ ਇਹ ਵੈਕਿਊਮ ਹੈ ਨਾ, ਇਹ ਵੀ ਆਪਣੇ ਆਪ ਦੇ ਵਿੱਚ ਸਿੱਖ ਸਿਆਸਤ ਹੈ ਜੀ। ਇਸ ਖਿੱਤੇ ਦੀ ਖੂਬਸੂਰਤੀ ਇਹ ਹੈ ਜੀ ਕਿ ਜਦੋਂ ਦੇ ਬਾਬਾ ਨਾਨਕ ਬਾਬਰ ਦੀ ਜੇਲ੍ਹ ਦੇ ਵਿੱਚ ਗਏ, ਉਸ ਪੀਰੀਅਡ ਤੋਂ ਲੈ ਕੇ ਅੱਜ ਤੱਕ ਇੱਥੋਂ ਦੀ ਸਿਆਸਤ ਨੂੰ ਸਿੱਖ ਸਿਆਸਤ ਹੀ ਡਿਕਟੇਟ ਕਰਦੀ ਰਹੀ ਹੈ ਲਗਾਤਾਰ। ਇਹਦੀ ਹੋਰ ਕੋਈ ਸਿਆਸਤ ਹੈ ਹੀ ਨਹੀਂ। ਜੇ ਤੁਸੀਂ ਪਿਛਲੇ 500 ਸਾਲ ਤੇ ਨਿਗਾਹ ਮਾਰੋ ਤਾਂ ਤੁਹਾਨੂੰ ਹੋਰ ਕੋਈ ਸਿਆਸਤ ਇੱਥੇ ਨਜ਼ਰ ਆਉਂਦੀ ਹੀ ਨਹੀਂ। ਇਹ ਤੁਹਾਨੂੰ ਕਦੇ ਖਲਾ ਲੱਗਦਾ ਹੈ, ਕਦੇ ਨਹੀਂ ਲੱਗਦਾ, ਉਹ ਇੱਕ ਵੱਖਰਾ ਇਸ਼ੂ ਹੈ। ਖਲਾ ਆਪਣੇ ਆਪ ਦੇ ਵਿੱਚ ਵੀ ਸਿੱਖ ਸਿਆਸਤ ਦਾ ਹਿੱਸਾ ਹੈ। ਸੋ ਇਹ ਕੋਈ ਨਵੀਂ ਗੱਲ ਨਹੀਂ ਹੈ, ਖਲਾ ਨਹੀਂ ਹੈ। ਇਸ ਵੇਲੇ ਸਿਚੁਏਸ਼ਨ ਤਾਂ ਬੜੀ ਕਮਾਲ ਦੀ ਹੈ। ਜਿਵੇਂ ਉਹ ਅੰਗਰੇਜ਼ੀ ਵਾਲੇ ਕਿਹਾ ਹੁੰਦੇ ਆ ਵੀ ਸਿਚੁਏਸ਼ਨ ਇਜ਼ ਪ੍ਰੈਗਨੈਂਟ ਵਿਦ ਰੈਵੋਲੂਸ਼ਨਸ, ਉਹੀ ਹਾਲਤ ਪੰਜਾਬ ਦੀ ਇਹ ਹੈ ਕਿ ਪੰਜਾਬ ਦੇ ਅੰਦਰ ਇਸ ਵੇਲੇ ਬਹੁਤ ਕੁਝ ਵਾਪਰ ਰਿਹਾ, ਜਿਹਦੀ ਮਿਸਾਲ ਕੱਲ ਬਰਗਾੜੀ ਦੇਖਣ ਨੂੰ ਮਿਲੀ ਹੈ। ਬਰਗਾੜੀ ਉਹ ਲਫ਼ਜ਼ ਹੈ ਜਿਹਦੀ ਸਿਆਸਤ ਨੇ 3 ਚੀਫ ਮਿਨਿਸਟਰ ਹੁਣ ਤੱਕ ਲਏ, ਤੇ ਚੌਥੇ ਨੂੰ ਵਾਰਨਿੰਗ ਉਹਨਾਂ ਨੇ ਕੱਲ ਉੱਥੋਂ ਦੇ ਦਿੱਤੀ ਜੀ ਵੀ ਹੁਣ ਹੈ ਕਿ ਬਰਗਾੜੀ ਹੈ ਕੀ ਤੇ ਪੰਜਾਬ ਦੀ ਸਿਆਸਤ ਹੈ ਕੀ। ਮੈਂ ਹੋਰ ਢੰਗ ਨਾਲ ਥੋੜਾ ਜਿਹਾ 2 ਸੈਂਟੈਂਸ ਦੇ ਵਿੱਚ ਬਰਗਾੜੀ ਜੋ ਕੁਝ ਹੋਇਆ ਉੱਥੋਂ ਕੋਟ ਕਰੂੰਗਾ। ਇੱਕ ਸਪੀਕਰ ਨੇ ਸ਼ੁਰੂ ਦੇ ਵਿੱਚ ਕਿਹਾ ਉੱਥੇ ਕਿ ਪੰਜਾਬ ਨੂੰ ਭਾਵੇਂ ਤੁਸੀਂ ਸੋਨੇ ਦਾ ਬਣਾ ਦਿਓ, ਜਦ ਤੱਕ ਸਾਨੂੰ ਗੁਰੂ ਦਾ ਇਨਸਾਫ ਨਹੀਂ ਮਿਲਦਾ, ਇਹ ਇਸ ਤਰ੍ਹਾਂ ਹੀ ਚੱਲੇਗਾ। ਔਰ ਇਹ ਸਿਆਸਤ ਇਸ ਤਰ੍ਹਾਂ ਹੀ ਚੱਲਦੀ ਹੈ ਪੰਜਾਬ ਦੇ ਵਿੱਚ। ਕਦੇ ਇਹ ਬਹੁਤਾ ਮਸਲਾ ਨਹੀਂ ਰਿਹਾ ਵੀ ਸਾਨੂੰ ਵਿਕਾਸ ਤਾਂ ਪੰਜਾਬ ਦਾ ਤਾਂ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਹੀ ਹੁੰਦਾ ਰਿਹਾ। ਇਹ ਨੈਚੁਰਲ ਪ੍ਰੋਸੈਸ ਹੈ ਪੰਜਾਬ ਦਾ। ਪੰਜਾਬ ਹਿੰਦੁਸਤਾਨ ਦੀ ਸਭ ਤੋਂ ਐਡਵਾਂਸ ਸਟੇਟ ਰਹੀ ਹੈ। ਅਸੀਂ ਤਾਂ ਛੋਟੀ ਜਿਹੀ ਗੱਲ ਤੇ ਰੌਲਾ ਪਾ ਕੇ ਬਹਿ ਜਾਂਦੇ ਹਾਂ। ਅਦਰਵਾਈਜ਼ ਤਾਂ ਜਿੰਨੇ ਵਧੀਆ ਹਸਪਤਾਲ ਪੰਜਾਬ ਦੇ ਸੀ ਕਿਸੇ ਵੇਲੇ, ਅੰਮ੍ਰਿਤਸਰ ਮੈਡੀਕਲ ਕਾਲਜ, ਪਟਿਆਲਾ ਮੈਡੀਕਲ ਕਾਲਜ, ਇਹਨਾਂ ਦੀ ਗਲੋਬਲ ਰੈਕਗਨੀਸ਼ਨ ਅਸੀਂ ਆਪ ਹੀ ਖਰਾਬ ਕੀਤੀ ਹੈ ਨਾ। ਤੇ ਹੁਣ ਅਸੀਂ ਕਹਿੰਦੇ ਵੀ ਦਿੱਲੀ ਮਾਡਲ ਲਿਆਉਣਾ। ਪੰਜਾਬ ਦਾ ਮਾਡਲ ਪਹਿਲਾਂ ਸਟੱਡੀ ਕਰ ਲਓ, ਪੰਜਾਬ ਦੇ ਵਿੱਚ ਕੀ ਸੀਗਾ। ਇਹ 2 ਹਸਪਤਾਲ ਹੀ ਖੜੇ ਕਰ ਲਓ ਦੁਬਾਰਾ, ਫਿਰ ਤੁਹਾਨੂੰ ਕਿਸੇ ਵੀਸੀ ਨੂੰ ਸਟੈਚਰ ਤੇ ਲਟਾਉਣ ਦੀ ਲੋੜ ਨਹੀਂ ਪੈਂਦੀ। ਉਹ ਕਸੂਰ ਕਿਸੇ ਵੀਸੀ ਦਾ ਨਹੀਂ ਹੈ। ਚਲੋ ਆਪਾਂ ਸਿਆਸਤ ਦੀ ਗੱਲ ਕਰਦੇ ਹਾਂ। ਸੋ ਪੰਜਾਬ ਦੀ ਸਿਆਸਤ ਤੁਸੀਂ ਜਿੰਨਾ ਮਰਜ਼ੀ ਵਿਕਾਸ ਕਰ ਲਓ, ਅਲਟੀਮੇਟਲੀ ਸਿੱਖ ਸਿਆਸਤ ਦੇ ਵਿੱਚੋਂ ਕੋਈ ਐਸਾ ਮੁੱਦਾ ਉੱਠਦਾ ਹੈ ਜਿਹੜਾ ਸਾਰਾ ਕੁਝ ਹਿਲਾ ਕੇ ਰੱਖ ਦਿੰਦਾ ਹੈ। ਔਰ ਇਹ ਲਗਾਤਾਰ ਹੋਇਆ ਹੈ। ਪੰਜਾਬ ਨੇ, ਜਿਹੜੀ ਤੁਹਾਡੀ ਜਨਰੇਸ਼ਨ ਹੈ, ਮੇਰੀ ਜਨਰੇਸ਼ਨ ਖਾਸ ਕਰਕੇ, ਇਹਨਾਂ ਨੇ ਸਾਰਾ ਕੁਝ ਆਪਣੇ ਸਾਹਮਣੇ ਹੰਢਾਇਆ। ਹੁਣ ਸਿਚੁਏਸ਼ਨ ਅੱਜ ਦੀ ਤਰੀਕ ਦੇ ਵਿੱਚ ਉਹ ਹੀ ਹੈ। ਤੇ ਜੋ ਕੁਝ ਕੱਲ ਉੱਥੇ ਵਾਪਰਿਆ, ਗੱਲ ਇਹ ਨਹੀਂ ਹੁੰਦੀ ਕਿ ਉੱਥੇ ਬੰਦਾ 400 ਸੀ, 500 ਸੀ, 1000 ਸੀ, 2000 ਸੀ, ਨਹੀਂ। ਜੇ ਆਪਾਂ ਇਤਿਹਾਸ ਤੇ ਨਿਗਾਹ ਮਾਰੀਏ ਨਾ, ਨਾਰਲੀ ਪਿੰਡ ਤੁਹਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ, ਹੁਣ ਤਾਂ ਤਰਨਤਾਰਨ ਦੇ ਵਿੱਚ ਹੈ, ਉੱਥੇ ਬਾਬਾ ਗਰਜਾ ਸਿੰਘ ਤੇ ਮੋਤਾ ਸਿੰਘ 2 ਬੰਦੇ ਸੀ ਜਿਨ੍ਹਾਂ ਨੇ ਨਾਕਾ ਲਾਇਆ ਸੀ ਤੇ ਬਿਲਕੁਲ ਠੀਕ ਹੈ, ਲਾਹੌਰ ਦਰਬਾਰ ਨੂੰ ਚੈਲੰਜ ਕੀਤਾ ਸੀ।
ਪੰਜਾਬ ਦੇ ਵਿੱਚੋਂ ਤਾਂ ਦੋ ਬੰਦੇ ਹੀ ਦਿੱਲੀ ਤਖਤ ਨੂੰ ਚੈਲੰਜ ਕਰ ਦਿੰਦੇ ਆ, ਤੇ ਕੱਲ ਚੈਲੰਜ ਦੋਵੇਂ ਲੈਵਲ ਤੇ ਪੋਜ਼ ਹੋਏ ਆ। ਦਿੱਲੀ ਤਖਤ ਨੂੰ ਵੀ ਚੈਲੰਜ ਪੋਜ਼ ਹੋਇਆ ਤੇ ਪੰਜਾਬ ਸਰਕਾਰ ਨੂੰ ਵੀ ਚੈਲੰਜ ਪੋਜ਼ ਹੋਇਆ। ਤੇ ਇਹ ਕੋਈ ਸਧਾਰਨ ਗੱਲ ਜੀ ਨਹੀਂ, ਇਹ ਦੋ ਵੱਖਰੀਆਂ ਵੱਖਰੀਆਂ ਆਪਸ ਦੇ ਵਿੱਚ ਕੁਝ ਰਲਗੱਡ ਉੱਥੇ ਅਲਟੀਮੇਟਲੀ ਹੋ ਗਿਆ। ਮਸਲਨ ਜਦੋਂ ਕਿਹਾ ਗਿਆ ਦਲ ਖਾਲਸਾ ਦੇ ਪਰਮਜੀਤ ਸਿੰਘ ਮੰਡੋਰਾ ਵੱਲੋਂ ਕਿ ਅਸੀਂ 15 ਅਗਸਤ ਨੂੰ ਖਾਲਸਾਈ ਨਿਸ਼ਾਨ ਸਾਹਿਬ ਚਲਾਵਾਂਗੇ, ਘਰ ਘਰ ਤਿਰੰਗਾ ਨਹੀਂ ਝੁੱਲੇਗਾ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਖਾਲਸਾਈ ਨਿਸ਼ਾਨ ਸਾਹਿਬ ਝੁੱਲੇਗਾ। ਹੁਣ ਚੈਲੰਜ ਤਾਂ ਇੰਡੀਅਨ ਸਟੇਟ ਨੂੰ ਫਿਰ ਆ ਗਿਆ। ਇਸ ਤਰ੍ਹਾਂ ਹੀ ਗੱਲਾਂ ਚੱਲਿਆ ਕਰਦੀਆਂ। ਜਦੋਂ ਆਪਾਂ ਗੱਲ ਕਰਦੇ ਹਾਂ ਗਿਣਤੀ ਦੀ, ਮੈਂ ਸਿਰਫ ਇੱਕ ਐਗਜ਼ਾਮਪਲ ਹੋਰ ਦੇਵਾਂਗਾ। ਕਿਸੇ ਜ਼ਮਾਨੇ 'ਚ ਸਿਰਫ 5 ਬੰਦੇ ਅਨੰਦਪੁਰ ਸਾਹਿਬ ਕਾਲੇ ਕੱਪੜੇ ਪਾ ਕੇ ਸੰਗਲ ਗਲ 'ਚ ਪਾ ਕੇ ਤੁਰੇ ਸੀਗੇ ਜੀ। ਸੋ ਇਸ ਤਰ੍ਹਾਂ ਹੀ ਚੱਲਦਾ ਹੁੰਦਾ ਹੈ। ਇਸ ਕਰਕੇ ਕੱਲ ਜੋ ਕੁਝ ਹੋਇਆ ਮੈਂ ਉਹਨੂੰ ਇਗਨੋਰ ਨਹੀਂ ਕਰਦਾ, ਤੇ ਆਉਣ ਵਾਲੇ ਸਮੇਂ ਦੇ ਸੰਕੇਤ ਉੱਥੋਂ ਬਹੁਤ ਮਿਲਦੇ ਹੈ। ਤੇ ਉਹਨਾਂ ਨੇ ਵਾਰਨਿੰਗ ਦੇਤੀ, ਭਾਈ ਜੇ ਤੁਸੀਂ ਵੀ ਪਿਛਲੀਆਂ ਸਰਕਾਰਾਂ ਦੇ ਰਸਤੇ ਤੇ ਹੀ ਚੱਲੋਗੇ ਤੇ ਤੁਹਾਡਾ ਹਸ਼ਰ ਵੀ ਉਹੀ ਹੋਏਗਾ। ਸੋ ਇੱਕ ਜਿਹੜਾ ਤੁਸੀਂ ਕਿਹਾ ਵੀ ਖਲਾ ਹੈ, ਖਲਾ ਨਹੀਂ ਹੈ। ਖਲਾ ਇੱਥੇ ਤਾਂ ਤਰਸੱਲੀ ਮੱਚੀ ਹੋਈ ਹੈ ਆਪਣੇ ਆਪ ਦੇ ਵਿੱਚ ਅੰਡਰਗਰਾਊਂਡ। ਜਦ ਤੱਕ ਬਰਗਾੜੀ ਦਾ ਮਸਲਾ ਹੱਲ ਨਹੀਂ ਹੁੰਦਾ, ਉਦ ਤੱਕ ਅਕਾਲੀ ਦਲ ਤਾਂ ਰਿਵਾਈਵ ਵੀ ਨਹੀਂ ਹੋ ਸਕਦਾ। ਹੁਣ ਅਕਾਲੀ ਦਲ ਡਿਜ਼ਾਲਵ ਹੋ ਗਿਆ, ਪ੍ਰਧਾਨ ਜੀ ਬੈਠੇ ਹੈ, ਮਸਲੇ ਉੱਥੇ ਉੱਥੇ ਖੜੇ ਹੈ। ਮੈਂ ਹਮੇਸ਼ਾ ਗੱਲ ਕਹਿ ਕੇ ਤੁਰਦਾ ਹੁੰਦਾ ਕਿ ਪੰਜਾਬ ਨੂੰ ਅਕਾਲੀ ਦਲ ਦੀ ਬਹੁਤ ਲੋੜ ਹੈ। ਪੰਜਾਬ ਅਕਾਲੀ ਦਲ ਦੀ ਜਿੰਦ ਜਾਨ ਹੈ, ਲੇਕਿਨ ਜਿਸ ਰੂਪ ਦੇ ਵਿੱਚ ਇਸ ਵੇਲੇ ਹੈ ਨਹੀਂ ਚੱਲ ਸਕਦਾ। ਸੋ ਚੇਂਜਿਸ ਲਗਾਤਾਰ ਆ ਰਹੀਆਂ, ਖਲਾ ਨਹੀਂ ਹੈ, ਬਹੁਤ ਤਗੜੀਆਂ ਚੇਂਜਿਸ ਇਹ ਆਪਣੇ ਆਪ ਸਮੋਈ ਬੈਠਾ ਹੈ ਜਿਹੜਾ ਇਹ ਸਮਾਂ ਹੈ। ਜਿਵੇਂ ਜਿਵੇਂ ਤੁਸੀਂ ਇਹ ਸਾਰਾ ਕੁਝ ਹੰਡਾਇਆ, ਇੱਕ ਤੁਸੀਂ ਕਹਿੰਦੇ ਹੋ ਥੱਲੇ ਤਰਥੱਲੀ ਹੈ, ਇੱਕ ਬਹੁਤ ਵੱਡਾ ਇੱਕ ਅਨਰੈਸਟ ਹੈ। ਇਹ ਅਨਰੈਸਟ ਸਾਨੂੰ ਸੰਗਰੂਰ ਦੇ ਵਿੱਚ ਨਤੀਜਿਆਂ ਦੇ ਉਲਟ ਫੇਰ ਨੇ ਦਿਖਾਈ ਵੀ ਹੈ ਕਿ ਲੋਕ ਜਦੋਂ ਤਹਈਆ ਕਰ ਲੈਂਦੇ ਆ ਤੇ ਉਹ ਫਿਰ ਫੈਸਲਾ ਕੁਨ ਹੁੰਦੇ ਆ। ਸਿੱਖ ਪੋਲਿਟਿਕਸ ਦੀ ਜਿਹੜੀ ਜਗ੍ਹਾ ਹੈ ਉਹ ਤੋਂ ਕੋਈ ਲੈ ਨਹੀਂ ਸਕਿਆ। ਮਤਲਬ ਜੇ ਕੋਈ ਇੱਕ ਲਹਿਰ ਬਣੀ, ਉਹ ਸਾਰੀਆਂ ਪੁਰਾਣੀਆਂ ਵਿਵਸਥਾਵਾਂ ਦੇ ਖਿਲਾਫ ਉਹਨੂੰ ਜੜੋਂ ਉਖਾੜਨ ਲਈ ਲਹਿਰ ਬਣੀ, ਤੇ ਉਹਦੇ ਵਿੱਚ ਕੇਜਰੀਵਾਲ ਆ ਜਾਂਦੇ ਨੇ। ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਬਹੁਤ ਜਲਦੀ ਜਗ੍ਹਾ ਦਿਖਾਤੀ ਇੱਥੋਂ ਦੀ ਮੇਨ ਧਾਰਾ ਨੇ। ਮੈਂ ਇਹ ਸਮਝਣਾ ਚਾਹੁੰਦਾ ਹੈ ਕਿ ਲੀਡਰਸ਼ਿਪ ਦੇ ਖਿਲਾ ਮੁੜ ਕੇ ਆ ਜਾਂਦੇ ਆ। ਇੱਕ ਥੱਲੇ ਦੇ ਲੈਵਲ ਤੇ ਆਧਾਰ ਮੌਜੂਦ ਆ, ਉਸੇ ਤਰੀਕੇ ਦੀ ਸੰਗਤ ਮੌਜੂਦ ਆ, ਤੇ ਉਹ ਭਾਵਨਾਵਾਂ ਵੀ ਉਵੇਂ ਹੀ ਨੇ। ਲੇਕਿਨ ਇਹਨੂੰ ਲੀਡ ਕੌਣ ਕਰੇਗਾ? ਅਕਾਲੀ ਸੰਕਟ ਗਹਿਰਾ ਹੁੰਦਾ ਜਾ ਰਿਹਾ। ਅਕਾਲੀ ਸੰਕਟ ਇਹ ਵੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਲਾਉਣ ਤੋਂ ਬਾਅਦ ਦੂਜਾ ਕੌਣ? ਅੰਦਰ ਇਹ ਵੀ ਸੰਕਟ ਹੈ ਕਿ ਦੂਜੇ ਕਿਸੇ ਨੂੰ ਲਾਉਂਦੇ ਆ ਤਾਂ 4 ਹੋਰ ਨਾਰਾਜ਼ ਹੁੰਦੇ ਆ। ਇਹ ਵੀ ਸੰਕਟ ਹੈ ਕਿ ਅਕਾਲੀ ਦਲ ਤੋਂ ਬਾਹਰ ਸਿੱਖ ਲੀਡਰ ਕਿਹੜਾ ਹੈ? ਸਿੱਖ ਲੀਡਰਸ਼ਿਪ ਧਾਰਮਿਕ ਖੇਤਰ ਦੇ ਵਿੱਚ ਵੀ ਇਸ ਵੇਲੇ ਕ੍ਰਾਈਸਿਸ ਦੇ ਵਿੱਚ ਹੈ। ਸਮਾਜਿਕ ਤਾਂ ਹੈ ਹੀ ਹੈ, ਬਸ ਸਾਡੇ ਕੋਲ ਕੋਈ ਆਦਰਸ਼ਕ ਹਸਤੀਆਂ ਘਟ ਗਈਆਂ ਨੇ ਜਿਨ੍ਹਾਂ ਵੱਲ ਦੇਖ ਕੇ ਕਹਿ ਸਕੀਏ। ਸੋ ਤੁਸੀਂ ਇਸ ਦ੍ਰਿਸ਼ ਨੂੰ ਕਿਵੇਂ ਦੇਖਦੇ ਹੋ? ਲੀਡਰਸ਼ਿਪ ਦਾ ਜਿਹੜਾ ਇਹ ਘਾਟਾ ਹੈ, ਇਹ ਕ੍ਰਾਈਸਿਸ ਹੈ, ਇਹ ਕਿੱਦਾਂ ਭਰਿਆ ਜਾ ਸਕਦਾ? ਕਿਉਂਕਿ ਸਾਡੇ ਕੋਲ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਉਹ ਜਿਹੜੀ ਪਿੱਛੋਂ ਪਨੀਰੀ ਸੀ ਉਹ ਵੀ ਮੁੱਕ ਗਈ, ਅਸੀਂ ਸਾਰੇ ਰਵਾਇਤੀ ਸਾਧਨ ਵੀ ਖਤਮ ਕਰਤੇ। ਇਹਨੂੰ ਕਿਵੇਂ ਲੈਂਦੇ ਹੋ ਤੁਸੀਂ? ਖਲਾ ਕਦੇ ਇਹ ਕੁਦਰਤੀ ਪ੍ਰੋਸੈਸ ਹੈ, ਖਲਾ ਕਦੇ ਰਿਹਾ ਨਹੀਂ ਕਰਦਾ। ਇਸ ਵੇਲੇ ਟਰਨਿੰਗ ਪ੍ਰੋਸੈਸ ਚੱਲ ਰਿਹਾ ਜੀ। ਤੇ ਮੈਂ ਇਹ ਮੰਨ ਕੇ ਚੱਲਦਾ ਹੁੰਦਾ ਜਿਹੜੇ ਪਿਛਲਾ ਐਕਸਪੀਰੀਅੰਸ ਹੈ ਕਿ ਉਹਦੇ ਵਿੱਚੋਂ ਸਡਨਲੀ ਕੋਈ ਲੀਡਰ ਪੈਦਾ ਹੁੰਦਾ ਹੈ ਜੀ, ਤੇ ਜਿਹੜਾ ਸਾਰੀ ਸਿਚੁਏਸ਼ਨ ਡਿਕਟੇਟ ਕਰਦਾ ਹੈ। ਕਿਸੇ ਵੇਲੇ ਬਾਦਲ ਸਾਹਿਬ ਵੀ ਪੈਦਾ ਹੋਏ ਸੀ, ਕਿਸੇ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਪੈਦਾ ਹੋਏ ਸੀ। ਉਸ ਸਮੇਂ ਦੇ ਹਾਣੀ ਨਹੀਂ ਬਣ ਸਕੇ, ਉਹ ਗੱਲ ਵੱਖਰੀ ਹੈ। ਜਦੋਂ ਸੰਤ ਜਰਨੈਲ ਸਿੰਘ ਸਾਹਮਣੇ ਆਏ ਸੀ, ਕੋਈ ਸੋਚ ਹੀ ਨਹੀਂ ਸਕਦਾ ਸੀ ਕਿ 30 ਸਾਲ ਦਾ ਮੁੰਡਾ ਪੰਜਾਬ ਦੀ ਸਿਆਸਤ ਨੂੰ ਆਪਣੇ ਨਾਲ ਖਿੱਚ ਕੇ ਲੈ ਜਾਏਗਾ। ਔਰ 37 ਸਾਲ ਦੀ ਉਮਰ 'ਚ ਉਹਨਾਂ ਨੇ ਸ਼ਹੀਦੀ ਦੇਤੀ ਆਪਣੀ। ਤੇ ਜਿਹੜੀ ਸਿਆਸਤ ਉਸ ਵੇਲੇ ਸ਼ੁਰੂ ਹੋਈ, ਬਰਗਾੜੀ ਉਸੇ ਦਾ ਹੀ ਇੱਕ ਵੱਖਰਾ ਰੂਪ ਹੈ। ਉਹ ਸਿਆਸਤ ਚੱਲ ਰਹੀ ਹੈ। ਮਤਲਬ ਇਸ ਕਰਕੇ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਖਲਾ ਤੇ ਨਵਾਂ ਲੀਡਰ, ਇਹ ਵਿੱਚੋਂ ਕਿਸੇ ਵੇਲੇ ਕੋਈ ਲੀਡਰ ਪੈਦਾ ਹੋ ਸਕਦਾ ਹੈ। ਤੇ ਇਸ ਸਮੇਂ ਨੇ ਦੱਸਣਾ ਹੈ ਕਿ ਹੁਣ ਸਾਹਮਣੇ ਕੌਣ ਆਏਗਾ। ਮੈਂ ਕਦੇ ਵੀ ਇਸ ਗੱਲ ਤੇ ਨਿਰਾਸ਼ ਨਹੀਂ ਹੁੰਦਾ ਕਿ ਇਸ ਵੇਲੇ ਲੀਡਰ ਨਹੀਂ। ਅੱਛਾ, ਦੋ ਪਹਿਲੂ ਬੜੇ ਵੱਡੇ ਆ। ਇੱਕ ਤਾਂ ਇਹ ਕਿ ਜਿਵੇਂ ਤੁਸੀਂ ਬਰਗਾੜੀ ਵਾਲੇ ਮਾਮਲੇ ਨੂੰ ਲੈ ਰਹੇ ਹੋ, ਜੇ ਇਹਨੂੰ ਸਟੇਟ ਨੇ ਐਡਰੈਸ ਕਰਨਾ ਹੈ ਤੇ ਉਹਦੇ ਕੋਲ ਕਿਹੜੇ ਟੂਲ ਨੇ, ਉਹ ਕਿਵੇਂ ਇਹਨੂੰ ਐਡਰੈਸ ਕਰੇ।
ਤੇ ਦੂਜਾ ਸਵਾਲ ਸਮਾਨਾਂਤਰ ਖੜਾ ਹੈ ਕਿ ਅਕਾਲੀ ਲੀਡਰਸ਼ਿਪ ਜੇਕਰ ਨਦਾਰਦ ਹੈ, ਜਿਹੜੀ ਸਦਾ ਇਹਨਾਂ ਮੌਕਿਆਂ ਤੇ ਅਗਵਾਈ ਦਿੰਦੀ ਰਹੀ ਹੈ, ਹਾਲਾਂਕਿ ਉਹਨੂੰ ਤਾਂ ਇਹ ਮੰਨਿਆ ਜਾ ਰਿਹਾ ਕਿ ਉਹਨੇ ਇਸ ਮਸਲੇ ਨੂੰ ਵੱਡਾ ਕੀਤਾ, ਉਹਨੇ ਇਸ ਮਸਲੇ ਨੂੰ ਹੱਲ ਕਰਨ ਦੀ ਬਜਾਏ ਉਲਝਾਇਆ। ਉਹਨਾਂ ਤੇ ਦੋਸ਼ ਵੀ ਇਹੀ ਹੈ, ਉਹਨਾਂ ਨੂੰ ਅਜੇ ਵੀ ਇਹ ਸਮਝ ਨਹੀਂ ਆ ਰਹੀ। ਮੁੱਢਲੇ ਦੌਰ ਦਾ ਸਵਾਲ ਤਾਂ ਇਹੀ ਹੈ ਕਿ ਜੇ ਕੁਲਤਾਰ ਸਿੰਘ ਸੰਧਵਾਂ ਕਹਿੰਦੇ ਕਿ ਮੈਂ ਤੁਹਾਡੇ ਚਰਨਾਂ ਦੀ ਧੂੜ ਆ ਭਾਈ, ਤੁਸੀਂ ਉੱਤੇ ਰੱਖ ਲਓ ਥੱਲੇ ਰੱਖ ਲਓ, ਮੈਂ ਹੈ ਇੰਨੇ ਜੋਗਾ। ਦੂਜੇ ਬੰਨੇ ਉਹ ਕਹਿੰਦੇ ਕਿ ਇਸ ਇਸ ਜਗ੍ਹਾ ਨੇ 3 ਖਾਲੇ ਮੁੱਖ ਮੰਤਰੀ, ਉਹ ਬੜੇ ਸਾਫ਼ ਲਫ਼ਜ਼ਾਂ 'ਚ ਕਹਿ ਰਿਹਾ। ਚੌਥੀ ਗੱਲ ਉਹ ਕਹਿ ਰਿਹਾ ਕਿ ਮੈਂ 10 ਆਇਆ ਵਾਂ ਉਹਨਾਂ ਨੂੰ। ਹੁਣ ਜੇਕਰ ਉਹਨਾਂ ਨੇ ਇਸ ਮਾਮਲੇ ਨੂੰ ਐਡਰੈਸ ਕਰਨਾ ਹੈ ਤਾਂ ਕੀ ਇਹਨੂੰ ਸਿਰਫ ਅਮਨ ਕਾਨੂੰਨ ਦੀ ਉਹ ਸਥਿਤੀ ਜਿਹੜੀ ਪੈਦਾ ਹੋਈ ਉਹਦੇ ਨਜ਼ਰੀਏ ਤੋਂ ਹੀ ਕਰਨ? ਸਟੇਟ ਇਹਨੂੰ ਕਿਵੇਂ ਐਡਰੈਸ ਕਰੇ ਜਦੋਂ ਕੋਈ ਸਟੇਟ ਕੋਲ ਵੱਡਾ ਸਿੱਖ ਲੀਡਰ ਵੀ ਹੈ ਨਹੀਂ? ਜੇ ਉਹਨਾਂ ਕੋਲ ਕੁੱਲ ਮਿਲਾ ਕੇ ਇੱਕੋ ਵਿਅਕਤੀ ਨਜ਼ਰ ਆਉਂਦਾ ਹੈ ਤੇ ਉਹ ਕੁਲਤਾਰ ਸੰਧਵਾ ਹੈ। ਦੂਜੇ ਕੋਈ ਵੀ ਲੋਕ ਸਿੱਖ ਕੰਸਰਨਸ ਨੂੰ, ਸਰੋਕਾਰਾਂ ਨੂੰ ਉਵੇਂ ਅੱਗੇ ਨਹੀਂ ਕੈਰੀ ਕਰ ਸਕਦੇ ਜਾਂ ਉਹ ਤੋਂ ਸਿੱਧਤ ਲੱਗਦੇ ਨਹੀਂ। ਸੋ ਇੱਕ ਤਾਂ ਸਟੇਟ ਇਸ ਮਸਲੇ ਨੂੰ ਕਿਵੇਂ ਐਡਰੈਸ ਕਰੇ ਤੁਹਾਡੀ ਨਜ਼ਰ ਤੋਂ, ਔਰ ਦੂਜਾ ਮਾਮਲਾ ਕਿ ਸਿੱਖ ਪੋਲਿਟਿਕਸ ਜੇ ਅਕਾਲੀ ਆਧਾਰ ਵਾਲੀ ਹੈ ਸਾਰੀ, ਤਾਂ ਉਹਨਾਂ ਲਈ ਹੁਣ ਕਿਹੜੇ ਰਾਹ ਬਚੇ? ਪਹਿਲੀ ਗੱਲ ਤਾਂ ਜਿਹੜਾ ਤੁਸੀਂ ਕਿਹਾ ਵੀ ਰਸਤਾ ਕੀ ਹੈ ਸਰਕਾਰ ਕੋਲੇ ਇਸ ਮਸਲੇ ਨੂੰ ਐਡਰੈਸ ਕਰਨ ਦਾ, ਮਸਲਾ ਤਾਂ ਇਹ ਹੈ ਵੀ ਦੋਸ਼ੀ ਫੜੇ ਜਾਣ, ਉਹਨਾਂ ਨੂੰ ਸਜ਼ਾ ਮਿਲੇ। ਤੇ ਇਹ ਰਸਤਾ ਤਾਂ ਅਸੈਂਬਲੀ ਇਲੈਕਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਪ੍ਰੈਜ਼ੈਂਟ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਜੀ ਨੇ ਦਿਖਾਇਆ ਹੋਇਆ। ਉਹਨਾਂ ਦੀ ਪੁਰਾਣੀ ਵੀਡੀਓ ਕੱਢ ਲਓ, ਉਹਨੇ ਜੋ ਕਹਿੰਦੇ ਵੀ ਇਹ ਤਾਂ 24 घंटे में हो जाएगा, सबको पता है क्या हुआ है, क्या करना है। ਸੋ ਉਹਨਾਂ ਦੀ ਵੀਡੀਓ ਚੱਕ ਲਓ, ਕਿਤੇ ਬਹੁਤਾ ਇੱਧਰ ਉੱਧਰ ਜਾਣ ਦੀ ਲੋੜ ਨਹੀਂ। ਜੋ ਕੁਛ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ, ਉਹਨਾਂ ਦੀ ਪਾਰਟੀ ਪਾਵਰ 'ਚ ਹੈ, ਉਹੀ ਇੰਪਲੀਮੈਂਟ ਕਰ ਦਿਓ ਭਾਈ। ਅਸੀਂ ਤਾਂ ਹੋਰ ਕੁਛ ਕਹਿੰਦੇ ਹੀ ਨਹੀਂ, ਰਸਤਾ ਤਾਂ ਉਹਨਾਂ ਨੇ ਹੀ ਦਿਖਾਇਆ ਹੋਇਆ। ਨਹੀਂ ਪਰ ਸਰ ਜਦੋਂ ਇਹੀ ਮਾਮਲਾ ਅੱਗੇ ਵੱਧਦਾ ਹੈ ਤਾਂ ਉਹਨਾਂ ਨੇ ਬੰਦੇ ਗ੍ਰਿਫਤਾਰ ਕਰਨੇ, ਉਹ ਤਾਂ ਇੱਕ ਪਹਿਲੂ ਆ, ਲੇਕਿਨ ਦੂਜਾ ਪਹਿਲੂ ਇਹ ਹੈ ਕਿ ਜਿਹਨੂੰ ਪਹਿਲੀ SIT ਨੇ ਪਰਮਾਰ ਜਿਹੜੀ ਹੈ, ਉਹਨਾਂ ਨੇ ਜਿਸ ਬੰਦੇ ਨੂੰ ਇੱਕ ਦੋਸ਼ੀ ਵਜੋਂ ਕਟਹਿਰੇ 'ਚ ਖੜਾ ਕਰਤਾ, ਚਲਾਨ ਦੇ ਵਿੱਚ ਕਹਿਤਾ ਰਾਮ ਰਹੀਮ, ਉਸ ਬੰਦੇ ਦੇ ਵਕੀਲ ਨੂੰ ਤਾਂ ਇਹਨਾਂ ਨੇ AG ਲਾਤਾ। ਤੇ ਕੱਲ ਉੱਥੇ ਵੱਡੀ ਮੰਗ ਇਹੀ ਸੀਗੀ ਕਿ ਤੁਸੀਂ AG ਉਹ ਵਿਅਕਤੀ ਲਾ ਰਹੇ ਹੋ ਜਿਹੜਾ ਉਸ ਸਿਰਸੇ ਵਾਲੇ ਸਾਧ ਦਾ ਆਪਣਾ ਸਲਾਹਕਾਰ ਵੀ ਹੈ, ਕਾਨੂੰਨੀ ਸਲਾਹਕਾਰ ਹੈ, ਉਹਦਾ ਵਕੀਲ ਹੈ। ਸੋ ਇਹ ਪਹਿਲਾ ਐਡਰੈਸ ਕਰਨਾ ਤਾਂ ਨਹੀਂ, ਮੈਂ ਉਹੀ ਕਹਿ ਰਿਹਾ ਨਾ ਵੀ ਇਹ ਤਾਂ ਕੇਜਰੀਵਾਲ ਜੀ ਜਵਾਬ ਦੇਣ ਜਾਂ ਭਗਵੰਤ ਮਾਨ ਜੀ ਜਵਾਬ ਦੇਣ, ਉਹ ਕੇਜਰੀਵਾਲ ਜੀ ਨੇ ਫਰੇਮਵਰਕ ਦਿੱਤਾ ਹੋਇਆ। ਮੈਂ ਤਾਂ ਕਹਿ ਰਿਹਾ ਵੀ ਇਹ ਸਰਕਾਰ ਉਹਨਾਂ ਦੀ ਆਪਣੀ ਉਸ ਫਰੇਮਵਰਕ ਤੇ ਅਮਲ ਕਿਉਂ ਨਹੀਂ ਕਰਦੀ? ਇਹਦਾ ਕੋਈ ਜਵਾਬ ਤਾਂ ਮੰਗੇ ਨਾ ਇਹਨਾਂ ਤੋਂ। ਉਹਦੇ ਵਿੱਚੋਂ ਕਈ ਹੋਰਾਂ ਦੀ ਅਪਾਇੰਟਮੈਂਟ ਦਾ ਜਵਾਬ ਵੀ ਨਿਕਲ ਆਏਗਾ ਜੀ। ਆਪਾਂ ਭੁੱਲ ਜਾਂਦੇ ਹਾਂ ਕਿ ਜਦੋਂ APS ਦਿਓਲ ਹੋਰਾਂ ਦੀ ਅਪਾਇੰਟਮੈਂਟ ਹੋਈ ਸੀਗੀ, ਤੇ ਹੁਣ ਉਸ ਵੇਲੇ ਦੇ ਲੀਡਰਾਂ ਦੀ ਆਪੋਜੀਸ਼ਨ ਹਰਪਾਲ ਚੀਮਾ ਨੇ ਜਿਹੜਾ ਉਸ ਵੇਲੇ ਬਿਆਨ ਦਿੱਤਾ ਸੀ, ਉਹ ਕਈ ਸਾਲ ਤੇ ਵੀ ਤਾਂ ਲਾਗੂ ਹੁੰਦਾ ਹੈ ਨਾ, ਡਿਟੋ ਹੈ। ਤਾਂ ਹੁਣ ਕਹਿੰਦੇ ਨਹੀਂ, ਇਹ ਤਾਂ ਗੱਲਾਂ ਹੋਰ ਹੁੰਦੀਆਂ, ਵਕੀਲ ਤਾਂ ਪ੍ਰੋਫੈਸ਼ਨਲ ਹੁੰਦਾ। ਉਹ ਵੀ ਦਿਓਲ ਵੀ ਤਾਂ ਪ੍ਰੋਫੈਸ਼ਨਲ ਸੀ ਜੀ। ਮੈਂ ਤਾਂ ਸਿੰਪਲ ਜੀ ਦੁਬਾਰਾ ਰਿਪੀਟ ਕਰਦਾ ਕਿ ਕੇਜਰੀਵਾਲ ਜੀ ਦਾ ਫਰੇਮਵਰਕ ਦਿੱਤਾ ਹੋਇਆ, ਤੇ ਇੱਕ ਅਫਸਰ ਜੀ ਨੇ ਸਾਰੀ ਇਨਕੁਆਇਰੀ ਕੀਤੀ, ਰਿਪੋਰਟ ਦਿੱਤੀ, ਚਾਰਜਸ਼ੀਟ ਫਾਈਲ ਕੀਤੀ। ਕੁੰਵਰ ਵਿਜੇ ਪ੍ਰਤਾਪ ਸਿੰਘ ਤੁਹਾਡੇ ਸ਼ਹਿਰ ਅੰਮ੍ਰਿਤਸਰ ਦੇ ਹੈਗੇ, ਉਹ ਵਾਰ-ਵਾਰ ਕਹਿ ਰਹੇ ਵੀ ਸਭ ਕੁਝ ਹੋ ਸਕਦਾ ਹੈ, ਉਹ ਕਹਿ ਰਹੇ ਇੰਟੈਂਸ਼ਨ ਨਹੀਂ ਹੈ। ਹੁਣ ਇਹ ਵੀ ਜਵਾਬ ਤਾਂ ਚਾਹੀਦੇ ਹੈ ਨਾ ਕਿਤੇ ਆ ਕੇ। ਅਲਟੀਮੇਟਲੀ ਫੁੱਲ ਪ੍ਰੂਫ ਕੇਸ ਬਿਲਕੁਲ ਠੀਕ ਹੈ, ਹੋਣਾ ਚਾਹੀਦਾ ਹੈ। ਹੁਣ ਇਹਨਾਂ ਨੇ 6 ਮਹੀਨੇ ਦਾ ਸਮਾਂ ਮੰਗਿਆ ਸੀਗਾ, ਤੇ ਹੁਣ ਸਮਾਂ ਤਾਂ 7 ਸਾਲ ਹੋ ਗਏ ਇਸ ਗੱਲ ਸਾਰੇ ਸੁਣਦਿਆਂ ਨੂੰ। ਤੇ ਇਸ ਕਰਕੇ ਇਹ ਹੁਣ ਜਿੰਨੀ ਛੇਤੀ ਨਿਪਟਾਰਾ ਹੋ ਸਕੇ। ਮੈਂ ਕੱਲ ਸੁਣੀ ਤੁਹਾਡੇ ਕੁਲਤਾਰ ਸੰਧਵਾ ਹੋਰਾਂ ਦੀ, ਮੈਂ ਪਹਿਲੀ ਵਾਰੀ ਸੁਣਿਆ ਉਹਨਾਂ ਨੂੰ। ਮੈਂ ਕਦੇ ਸਟੇਜ ਤੋਂ ਉਹਨਾਂ ਨੂੰ ਸੁਣਿਆ ਨਹੀਂ ਸੀਗਾ। ਮੈਨੂੰ ਬਹੁਤ ਚਿਰਾਂ ਬਾਅਦ ਕਿਸੇ ਲੀਡਰ ਦਾ ਅਕਾਲੀ ਮੁਹਾਵਰੇ 'ਚ ਗੱਲ ਕਰਦੇ ਮੈਂ ਦੇਖਿਆ। ਉਹਨਾਂ ਦਾ ਮੁਹਾਵਰਾ ਪੂਰੇ ਦਾ ਪੂਰਾ ਅਕਾਲੀ ਈਡੀਅਮ ਸੀ, ਤੇ ਉਹ ਲੱਗਦਾ ਨਹੀਂ ਸੀ ਵੀ ਆਮ ਆਦਮੀ ਪਾਰਟੀ ਦੇ ਲੀਡਰ ਹੈਗੇ। ਸੋ ਉਹ ਗੱਲ ਵੱਖਰੀ ਹੈ। ਉਹਨਾਂ ਨੇ ਉੱਥੇ ਵਾਅਦਾ ਕੀਤਾ, ਪਰ ਕੀ ਉਹ ਆਪਣਾ ਵਾਅਦਾ ਨਿਭਾ ਸਕਦੇ ਹੈ? ਗੱਲ ਹੁਣ ਬੰਦਿਆਂ ਦੀ ਨਹੀਂ ਹੈ। ਗੱਲ ਤਾਂ ਇਹ ਹੈ ਕਿ ਜੇ ਇਸ ਸਰਕਾਰ ਨੇ ਆਪਣੇ ਆਪ ਨੂੰ ਮਾਡਲ ਪੇਸ਼ ਕਰਨਾ ਹੈ
ਹਿਮਾਚਲ ਦੀ ਇਲੈਕਸ਼ਨ ਲੜਨੀ ਹੈ, ਗੁਜਰਾਤ ਦੀ ਇਲੈਕਸ਼ਨ ਪੰਜਾਬ ਦੇ ਬੇਸਿਸ ਤੇ ਲੜਨੀ ਹੈ, ਫਿਰ ਪੰਜਾਬ ਦੇ ਵਿੱਚ ਜਿਹੜੇ ਅਸਲੀ ਮੁੱਦੇ ਹੈ ਉਹਨਾਂ ਨੂੰ ਐਡਰੈਸ ਤਾਂ ਕਰਨਾ ਪਏਗਾ ਜੀ। ਇਹਨਾਂ ਨੂੰ ਤਾਂ ਜਵਾਬ 4 ਮਹੀਨੇ ਦੇ ਵਿੱਚ ਹੀ ਲੋਕਾਂ ਨੇ ਸਰੂਰ ਦੇਤਾ ਵੀ ਤੁਹਾਡੀ ਪਰਫਾਰਮੈਂਸ ਤਾਂ ਹੈ ਹਾਂਜੀ। ਸੋ ਇਸ ਕਰਕੇ ਇਹਨਾਂ ਨੂੰ ਆਪਣੇ ਟੋਟਲ ਜਿਹੜੀ ਫੰਕਸ਼ਨਿੰਗ ਹੈ ਉਹ ਰੀਥਿੰਕ ਕਰਕੇ ਇਹਨੇ ਸਾਰੇ ਮਸਲਿਆਂ ਦਾ ਹੱਲ ਜਿਸ ਢੰਗ ਨਾਲ ਕੱਲ ਕੁਲਤਾਰ ਸੰਧਵਾ ਹੋਰਾਂ ਨੇ ਕਿਹਾ ਇਹਨਾਂ ਨੂੰ ਕਰਨਾ ਪੈਣਾ ਹੈ ਔਰ ਇਮੀਡੀਏਟਲੀ ਮਸਲੇ ਹੁਣ ਵੱਡੇ ਖੜੇ ਹੋ ਗਏ। ਉਹਨਾਂ ਨੇ ਕਿਹਾ ਵੀ ਨਾਮ ਚਰਚਾ ਇਮੀਡੀਏਟਲੀ ਬੰਦ ਕਰਾਓ ਜੀ। ਤੇ ਉਹ ਤਾਂ 24 ਘੰਟੇ 'ਚ ਬੰਦ ਕਰਵਾਈ ਜਾ ਸਕਦੀ ਹੈ। ਕੀ ਕਰਵਾਉਣਗੇ ਇੱਥੋਂ ਟੈਨਸ਼ਨ ਪਤਾ ਲੱਗ ਜਾਏਗੀ। ਔਰ ਜੇ 15 ਦਿਨਾਂ ਦੇ ਵਿੱਚ ਇਹ ਚਲਾਨ ਪੇਸ਼ ਕਰ ਦਿੰਦੇ ਹੈ ਮਸਲਾ ਅੱਗੇ ਰਹਿ ਜਾਂਦੇ ਹੈ ਤੇ ਫਿਰ ਕਈ ਸਾਹਿਬ ਦੀ ਜਿਹੜੀ ਡਿਪਾਰਟਮੈਂਟ ਹੈ ਉਹ ਇਸ਼ੂ ਨਹੀਂ ਰਹਿਣਾ, ਉਹ ਨਿਊਟਰਲਾਈਜ਼ ਹੋ ਜਾਏਗੀ। ਸੋ ਬੈਟਰ ਇਹ ਹੈ ਕਿ ਇਹ 15 ਦਿਨਾਂ ਦੇ ਵਿੱਚ ਅਗਲਿਆਂ ਦੇ ਵਿੱਚ ਇਹ ਇਸ ਇਸ਼ੂ ਦਾ ਹੱਲ ਕਰਨ ਕਿਉਂਕਿ ਸਾਰਾ ਕੁਝ ਰਿਕਾਰਡ ਤੇ ਹੈਗਾ। ਬਿਲਕੁਲ ਬਿਲਕੁਲ ਤੇ ਨਹੀਂ ਤਾਂ ਇਹ ਅੱਗੇ ਜਿਸ ਢੰਗ ਨਾਲ ਮੂਵਮੈਂਟ ਚੱਲੀ ਇਹ ਠੀਕ ਹੈ ਕਿ ਜਿਹੜੇ ਕੁਝ ਲੀਡਰ ਆਉਂਦੇ ਆ ਵਿੱਚ ਮੂਵਮੈਂਟ ਦੇ ਜਿਹੜੇ ਵਿਕਾਊ ਹੋ ਜਾਂਦੇ ਆ। ਜਦੋਂ ਬਰਗਾੜੀ ਮੋਰਚਾ ਲੱਗਾ ਜੀ ਆਪਣੇ 2018 ਜੂਨ ਦੇ ਵਿੱਚ ਉਹ ਲੀਡਰਸ਼ਿਪ ਦੇ ਵਿੱਚ ਕੁਝ ਐਸੇ ਬੰਦੇ ਸੀਗੇ ਜਿਨ੍ਹਾਂ ਨੇ ਇਹ ਸਾਰੀ ਸਟਰਗਲ ਹੀ ਵੇਚਤੀ। ਹੁਣ ਉਹਨਾਂ ਨੂੰ ਪੁੱਛਦਾ ਕੋਈ ਨਹੀਂ। ਸੋ ਇਸ ਕਰਕੇ ਜਿਹੜੀ ਨਵੀਂ ਲੀਡਰਸ਼ਿਪ ਦੀ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਉਹ ਨਿਕਲ ਸਕਦੀ ਹੈ। ਮੈਂ ਨਿਕਲਦੇ ਦੇਖ ਰਿਹਾ ਇਹਦੇ ਵਿੱਚ ਜੋ ਕੁਛ ਬਰਗਾੜੀ ਕੱਲ ਹੋਇਆ ਹੈ ਮੈਨੂੰ ਨਜ਼ਰ ਆ ਰਹੀ ਸੀ ਕਿ ਪੁੰਗਰ ਰਹੀ ਹੈ। ਮੈਂ ਲਫ਼ਜ਼ ਜੇ ਵਰਤੋਂ ਨਵੀਂ ਲੀਡਰਸ਼ਿਪ ਪੁੰਗਰ ਰਹੀ ਹੈ। ਬਿਲਕੁਲ ਠੀਕ ਹੈ। ਕਿੰਨੀ ਛੇਤੀ ਗਰੋ ਕਰਦੀ ਹੈ ਗੱਲ ਦੇਖਣ ਵਾਲੀ ਹੈ। ਬਿਲਕੁਲ ਠੀਕ ਹੈ। ਉਹਨਾਂ ਨੂੰ ਕਿਹੋ ਜਿਹਾ ਮਾਹੌਲ ਮਿਲਦਾ, ਉਹ ਗਰੂਮ ਕਿਵੇਂ ਹੁੰਦੇ ਆ ਔਰ ਕਿਹੜਾ ਰਾਹ ਅਖਤਿਆਰ ਕਰਦੇ ਆ, ਇਹ ਤਾਂ ਮਾਹੌਲ ਦੇ ਵਿੱਚੋਂ ਨਿਕਲੇਗਾ। ਲੇਕਿਨ ਇਹਨੂੰ ਜੇ ਇੱਕ ਲਾਸਟ ਕਮੈਂਟ ਇਸ ਮਾਮਲੇ 'ਚ ਮੈਂ ਤੁਹਾਡਾ ਲੈਣਾ ਕਿ ਕੀ ਇਕੱਲੇ ਅਮਨ ਕਾਨੂੰਨ ਵਾਂਗ ਇਹਨੂੰ ਮਸਲੇ ਵਾਂਗ ਨਜਿੱਠਿਆ ਜਾ ਸਕਦਾ ਜਾਂ ਜਿਵੇਂ ਇਹਦਾ ਸਿਆਸੀਕਰਨ ਹੁਣ ਤੱਕ ਹੋ ਚੁੱਕਿਆ ਇਹਦਾ ਕੋਈ ਸਿਆਸੀ ਹੱਲ ਵੀ ਇਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਰਾਹਤ ਦੇ ਕੇ ਵੀ ਚੱਲੂਗਾ ਅੱਗੇ ਜੀ? ਇਹ ਕੁਝ ਸਰਕਾਰ ਨੂੰ ਕੁਝ ਵੱਖਰੇ ਤਰੀਕੇਕਾਰ ਵੀ ਅਪਣਾਉਣੇ ਪੈਣਗੇ ਤੁਹਾਨੂੰ ਲੱਗਦਾ? ਨਹੀਂ, ਇਹ ਮਸਲਾ ਕਦੇ ਵੀ ਅਮਨ ਕਾਨੂੰਨ ਦਾ ਸਿਰਫ ਨਹੀਂ ਸੀ। ਜਿਹੜੇ ਪੰਜਾਬ ਦੇ ਮਸਲੇ ਹੁੰਦੇ ਨਾ ਕਦੇ ਵੀ ਅਮਨ ਕਾਨੂੰਨ ਦੇ ਸਿਰਫ ਨਹੀਂ ਹੁੰਦੇ। ਇਹ ਜਿਹੜੀ ਇਸੇ ਦੀ ਰਿਲੀਜੀਅਸ ਪੋਲੀਟੀਕਲ ਡਾਇਨਾਮਿਕਸ ਹੈ ਉਹਦੇ 'ਚ ਕਿਤੇ ਵੱਜੇ ਹੁੰਦੇ ਆ। ਗੁਰੂ ਗ੍ਰੰਥ ਸਾਹਿਬ ਦੀ ਚੋਰੀ ਕੋਈ ਸਧਾਰਨ ਸਿਰਫ ਲਾਅ ਐਂਡ ਆਰਡਰ ਮਸਲਾ ਨਹੀਂ, ਕੋਈ ਗੜਵੀ ਚੋਰੀ ਨਹੀਂ ਸੀ ਹੋਈ। ਉਹਦੇ ਪਿੱਛੇ ਇੱਕ ਸਿਆਸਤ ਹੈ, ਇੱਕ ਸੈਕਟ ਹੈ। ਜਿਸ ਤਰ੍ਹਾਂ 1978 ਦੇ ਵਿੱਚ ਟਕਰਾਅ ਆਇਆ ਸੀ ਦਰਕਾਰੀਆ ਨਾਲ ਜਿਹੜਾ 1973 ਦੇ ਵਿੱਚ ਸ਼ੁਰੂ ਹੋਇਆ ਤੇ 78 ਦੇ ਵਿੱਚ ਉਹ ਟਕਰਾਅ ਬਣ ਗਿਆ। ਇੱਥੇ ਵੀ 7 ਦੇ ਵਿੱਚ ਸ਼ੁਰੂ ਹੋਇਆ ਤੇ 15 ਚ ਉਹ ਟਕਰਾਅ ਬਣ ਗਿਆ। ਉਹ ਹੁਣ ਤੱਕ ਚੱਲ ਰਿਹਾ। ਸੋ ਇਹ ਮਸਲੇ ਸਿਰਫ ਲਾਅ ਐਂਡ ਆਰਡਰ ਨਹੀਂ ਹੁੰਦੇ, ਨਜਿੱਠਿਆ ਜਾਏਗਾ। ਪਹਿਲਾਂ ਤਾਂ ਜਿਹੜਾ ਜਸਟਿਸ ਹੈ ਉਹ ਕੀ ਹੈ, ਉਹ ਲਾਅ ਐਂਡ ਆਰਡਰ ਦਾ ਮਸਲਾ ਹੀ ਹੈ। ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਜੀ, ਸਜ਼ਾਵਾਂ ਹੁਣ ਤੱਕ ਨਹੀਂ ਮਿਲੀਆਂ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਕਿਸੇ ਨਾ ਕਿਸੇ ਪਾਸਿਓਂ ਲਗਾਤਾਰ ਆ ਰਹੀ ਹੈ ਜੀ। ਪਹਿਲਾਂ ਤਾਂ ਚਲੋ ਅਕਾਲੀ ਦਲ ਪਾਵਰ, ਪਹਿਲਾਂ ਤਾਂ ਅਕਾਲੀ ਦਲ ਪਾਵਰ ਦੇ ਵਿੱਚ ਨਹੀਂ, ਮੈਂ ਕਿਤੇ ਪਾਰਟੀ ਨੂੰ ਬਲੇਮ ਨਹੀਂ ਕਰਦਾ। ਪਹਿਲਾਂ ਤਾਂ ਅਕਾਲੀ ਦਲ ਪਾਵਰ ਸੀ, ਕਿਹਾ ਜਾਂਦਾ ਸੀ ਵੀ ਉਹ ਪ੍ਰੋਟੈਕਟ ਕਰਦੇ। ਪ੍ਰੋਟੈਕਸ਼ਨ ਤਾਂ ਅੱਜ ਵੀ ਹੈਗੀ ਹੈ। ਮੈਂ ਇਹ ਗੱਲ ਹੋਰ ਕਹਿਣੀ ਚਾਹੂੰਗਾ, ਜਿੱਥੇ ਮੈਨੂੰ ਹਮੇਸ਼ਾ ਹੀ ਖਦਸ਼ਾ ਰਹਿੰਦਾ ਹੈ ਇਨਸਾਫ ਮਿਲਣ ਤੇ, ਇਸ FIR ਦੇ ਵਿੱਚ ਕੁਝ ਉਹਨਾਂ ਬੰਦਿਆਂ ਦੇ ਨਾਂ ਹੈਗੇ ਹੈ, ਮੈਂ ਨਾਂ ਨਹੀਂ ਲਿਆ ਕਰਦਾ ਜੀ, ਜਿਨ੍ਹਾਂ ਨੂੰ ਇੱਕ ਅਨਸੈਡ ਪ੍ਰੋਟੈਕਸ਼ਨ ਕਿਸੇ ਪਾਸਿਓਂ ਹੈ ਤੇ ਉਹਨਾਂ ਦੇ ਨਾਂ ਇਹ ਪਹਿਲੀ ਵਾਰ ਨਹੀਂ ਕਿਸੇ ਕੇਸ ਦੇ ਵਿੱਚ ਹੈਗੇ ਹੈ। ਜੇ ਬਾਕੀ ਕੇਸ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਨਾਂ ਹੈਗੇ ਹੈ, ਜੇ ਉਹ ਆਪਾਂ ਦੇਖੀਏ ਕਿ ਪਿਛਲੇ 30 ਸਾਲ 'ਚ ਉਹ ਕਿੱਥੇ ਕਿੰਨੇ ਕੁ ਚੱਲੇ ਹੈ ਤਾਂ ਸਮਝ ਆ ਜਾਏਗੀ ਵੀ ਗੜਬੜ ਕਿੱਥੇ ਹੈ। ਬਿਲਕੁਲ ਠੀਕ ਹੈ। ਜੇ ਇਸ ਕੇਸ ਨੂੰ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਣਾ ਹੈ ਤੇ ਉਹ ਬੰਦੇ ਵੀ ਅੰਦਰ ਕਰਨੇ ਪੈਣੇ ਆ ਜਿਨ੍ਹਾਂ ਨੂੰ ਪ੍ਰੋਟੈਕਸ਼ਨ ਹੈ ਅੱਜ ਤੱਕ ਜੀ। ਬਿਲਕੁਲ ਠੀਕ ਹੈ। ਇਹ ਮਸਲਾ ਇੰਨਾ ਸਿੰਪਲ ਨਹੀਂ ਹੈ ਜੀ। ਸੋ ਇਹ ਚੈਲੰਜ ਭਗਵੰਤ ਮਾਨ ਸਾਹਿਬ ਦੀ ਗਵਰਨਮੈਂਟ ਵਾਸਤੇ ਬਹੁਤ ਵੱਡਾ ਹੈ। ਹਾਂ, ਇਹ ਬਿਲਕੁਲ ਦੋ ਰਾਵਾਂ ਨਹੀਂ ਕਿ ਕੱਲੇ SITs ਦੇ ਨਿਰਣੇ ਤੇ ਅਦਾਲਤਾਂ ਦੇ ਵਿੱਚੋਂ ਕੋਈ ਸਜ਼ਾ ਤੱਕ ਪਹੁੰਚ ਜੇ, ਇਹਦੇ ਪਰਲੇ ਪਾਸੇ ਪੂਰੀ ਤਰ੍ਹਾਂ ਪੋਲਿਟਿਕਸ ਖੜੀ ਆ। ਲੇਕਿਨ ਜਿਹੜੀ ਪੋਲਿਟਿਕਸ ਨੇ ਇਹਨੂੰ ਡਿਫੈਂਡ ਕਰਨਾ ਸੀ, ਜਿਸ ਪੋਲਿਟਿਕਸ ਨੇ ਇਹਦੇ ਨਾਲ ਸਿੱਝਣਾ ਸੀ, ਉਹ ਪੋਲਿਟਿਕਸ ਵੀ ਦਵੰਦ ਦਾ ਸ਼ਿਕਾਰ ਹੈ ਸਰ।
ਉਹ ਪੋਲਿਟਿਕਸ ਵੀ ਆਪਸ ਵਿੱਚ ਉਲਝੀ ਪਈ ਹੈ। ਅਕਾਲੀ ਪੋਲੀਟੀਕਲ ਜਿਹੜਾ ਦ੍ਰਿਸ਼ ਹੈਗਾ ਉਹਨੂੰ ਤੁਸੀਂ ਕਿਵੇਂ ਇਸ ਵੇਲੇ ਦੇਖ ਰਹੇ ਹੋ? ਇਹ ਆਖਰੀ ਸਵਾਲ ਹੋਊਗਾ ਮੇਰਾ। ਜਿਸ ਜਗ੍ਹਾ ਤੇ ਹੁਣ ਅਕਾਲੀ ਦਲ ਖੜਾ ਹੈ, ਸੁਖਬੀਰ ਸਿੰਘ ਬਾਦਲ ਵਰਕਿੰਗ ਕਮੇਟੀ ਤੱਕ ਭੰਗ ਕਰ ਚੁੱਕਿਆ, ਔਰ ਉਹਨਾਂ ਦੇ ਜਿਸ ਦਿਨ ਕੋਰ ਕਮੇਟੀ ਸੀਗੀ ਉਹਦੇ ਵਿੱਚ ਆਨਨ ਫਾਨਨ ਦੇ ਵਿੱਚ ਇੱਕ ਵੱਡਾ ਲੀਡਰ ਜਿਹੜਾ ਉਹਨਾਂ ਦੇ ਨੇੜੇ ਹੈ, ਉਹ ਇਹ ਮਤਾ ਲਿਆਉਣ ਲਈ ਕਾਹਲਾ ਸੀਗਾ ਕਿ ਅਸੀਂ ਸਾਰੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਭਰੋਸਾ ਪ੍ਰਗਟ ਕਰਦੇ ਹਾਂ, ਕੋਰ ਕਮੇਟੀ ਕਰਦੀ ਹੈ। ਜਿਹਨੂੰ ਇੱਕ ਹੋਰ ਵੱਡੇ ਲੀਡਰ ਨੇ ਜਿਹੜਾ ਬਾਦਲ ਸਾਹਿਬ ਦੇ ਨੇੜੇ ਸੀ, ਉਹਨੇ ਇਹ ਕਹਿ ਕੇ ਰੋਕਿਆ ਕਿ ਇਹਦੀ ਕਾਹਲੀ ਕੀ ਹੈ। ਔਰ ਉਸ ਤੋਂ ਬਾਅਦ ਇੱਕ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਔਰ ਇੱਕ ਉਹਨਾਂ ਦੇ ਬਹੁਤ ਨੇੜਲੇ ਨੇ ਇਹ ਗੱਲ ਕਹੀ ਕਿ ਇਹ ਕਾਹਲੀ ਕਿਉਂ ਕਰ ਰਹੇ ਹੋ, ਇਹਦੀ ਲੋੜ ਕੀ ਹੈ, ਬੜਾ ਕੱਚਾ ਕੰਮ ਹੈ। ਇਹ ਸਾਰੀਆਂ ਗੱਲਾਂ ਜਦੋਂ ਅੱਗੇ ਵਧਦੀਆਂ ਤੇ ਅਗਲੀ ਸ਼ਾਮ ਤੱਕ ਢਾਂਚਾ ਭੰਗ ਹੋ ਜਾਂਦਾ। ਤੇ ਅੱਜ ਦੇ ਦਿਨ ਦੇ ਵਿੱਚ ਇੱਕ ਸਟੇਟਮੈਂਟ ਇੱਕ ਵਿਰੋਧੀ ਦੇ ਰਹੇ ਨੇ, ਜਿਹੜੇ ਚਾਹ ਰਹੇ ਨੇ ਕਿ ਸੁਖਬੀਰ ਜੀ ਇਹਨਾਂ ਮਾਮਲਿਆਂ ਦੇ ਵਿੱਚ ਥੋੜਾ ਜਿਹਾ ਲੌਜੀਕਲੀ ਚੱਲਣ, ਤੇ ਦੂਜੇ ਉਹਨਾਂ ਦੇ ਹੱਕ ਚ ਆ ਕੇ ਫਤਿਹਗੜ੍ਹ ਸਾਹਿਬ ਦੇ ਵਿੱਚ ਖੜੇ ਹੋ ਜਾਂਦੇ ਆ। ਐਸੀ ਸਥਿਤੀ ਦੇ ਵਿੱਚ ਅਕਾਲੀ ਦਲ ਦੇ ਭਵਿੱਖ ਨੂੰ ਤੁਸੀਂ ਕਿਵੇਂ ਆਂਕ ਰਹੇ ਹੋ ਇਹਨਾਂ ਪਰਿਸਥਿਤੀਆਂ 'ਚ, ਇਸੇ ਲੀਡਰਸ਼ਿਪ 'ਚ? ਸਮੱਸਿਆ ਅਕਾਲੀ ਦਲ ਦੀ ਇਹ ਹੈ ਕਿ ਜਿਹੜੇ ਇਹ ਸਾਰੀ ਹੀ ਪਾਰਟੀ ਜਿੰਨੇ ਸੋ ਕਾਲਡ ਸੀਨੀਅਰ ਲੀਡਰ ਹੈ ਨਾ, ਇਹ ਸਾਰੇ ਹੀ ਪਰਿਵਾਰਵਾਦ ਦਾ ਸ਼ਿਕਾਰ ਹੈਗੇ ਆ। ਸੁਖਬੀਰ ਜੀ ਨੇ ਸਾਰੇ ਹੀ ਆਪਣੇ ਬਰਾਬਰ ਕਰ ਲਏ ਸੀ ਕਿਸੇ ਵੇਲੇ। ਜੇ ਤੁਸੀਂ ਪੁਰਾਣੇ ਜਦੋਂ ਸੁਖਬੀਰ ਜੀ ਨੇ ਪਾਰਟੀ ਕੰਟਰੋਲ ਕਰਨੀ ਸ਼ੁਰੂ ਕੀਤੀ ਤੇ ਪਹਿਲਾਂ ਯੂਥ ਅਕਾਲੀ ਦਲ ਰੀਆਰਗੇਨਾਈਜ਼ ਕੀਤਾ ਤੇ ਉਹਨਾਂ ਨੇ ਬੜਾ ਕਮਾਲ ਦਾ ਕੰਮ ਕੀਤਾ। ਉਹ ਜਿੰਨੇ ਸੀ ਸੀਨੀਅਰ ਲੀਡਰ, ਉਹਨਾਂ ਦੇ ਮੁੰਡੇ ਕੁੜੀਆਂ ਸਾਰੇ ਪਾਰਟੀ ਯੂਥ ਅਕਾਲੀ ਦਲ ਦੇ ਐਡਜਸਟ ਕਰਤੇ ਟੋਟਲ ਜੀ। ਉਸ ਤੋਂ ਬਾਅਦ ਇਹ ਪਾਰਟੀ ਸਾਰੀ ਹੀ ਪਰਿਵਾਰਵਾਦ ਦਾ ਸ਼ਿਕਾਰ ਹੋ ਗਈ। ਹੁਣ ਜਿਹੜੀ ਸਿਚੁਏਸ਼ਨ ਇਸ ਵੇਲੇ ਪਹੁੰਚੀ ਹੈ, ਜਿਹੜੀਆਂ 3 ਸੀਟਾਂ ਪਿਛਲੀ ਇਲੈਕਸ਼ਨ 'ਚ ਆਈਆਂ ਤੇ ਸੰਗਰੂਰ ਦੇ ਵਿੱਚ ਇਹ ਹੇਠਲੇ ਪਾਸਿਓਂ ਟਾਪ ਤੇ ਕੀਤੇ, ਉਹ ਕਿਸ ਰਿਜ਼ਲਟ ਕਾਹਦਾ ਹੈ? ਉਹ ਜਿਹੜੀ 1996 ਤੋਂ ਲੈ ਕੇ ਅੱਜ ਤੱਕ ਸਿਆਸਤ ਚੱਲੀ ਜੀ, ਉਹਦਾ ਰਿਜ਼ਲਟ ਹੈ। ਓਵਰਨਾਈਟ ਨਹੀਂ ਹੋਇਆ। ਤੇ ਉਹ ਸਿਆਸਤ ਆਈ ਕਿੱਥੋਂ? ਕਿ ਉਹ ਫੈਸਲੇ ਕਦੇ ਵੀ ਪਾਰਟੀ ਦੀ ਵਰਕਿੰਗ ਕਮੇਟੀ ਜਾਂ ਕੋਰ ਕਮੇਟੀ 'ਚ ਲਏ ਜਾਂਦੇ ਸੀ? ਨਹੀਂ, ਉਹਨਾਂ ਨੂੰ ਤਾਂ ਦੱਸਿਆ ਜਾਂਦਾ ਸੀ ਕਿ ਭਾਈ ਆਹ ਪਾਲਿਸੀ ਆ ਪਾਰਟੀ ਦਾ, ਆਪਾਂ ਇਸ ਤਰ੍ਹਾਂ ਚੱਲਣਾ ਹੈ। ਉਹ ਤਰੀਕਾ ਹੁੰਦਾ ਸੀ ਸਾਰੀ ਗੱਲ ਘੁੰਮਣ ਦਾ ਤੇ ਕਰਨ ਦਾ। ਪਾਰਟੀ ਦੀ ਹਰ ਪਾਲਿਸੀ ਟਾਪ ਤੋਂ ਬਾਟਮ ਆਈ ਹੈ। ਹੁਣ ਥੱਲੇ ਵਾਲੇ ਤਾਂ ਜਿਹੜਾ ਹੇਠਲਾ ਸੈਟਅਪ ਹੈ ਉਹਨੇ ਤਾਂ ਇੰਪਲੀਮੈਂਟ ਕੀਤੀ ਹੈ। ਜਿਹੜਾ ਢਾਂਚਾ ਭੰਗ ਕੀਤਾ ਹੈ ਉਹਨੇ ਪਾਲਿਸੀ ਨਹੀਂ ਸੀ ਕਦੇ ਵੀ ਬਣਾਈ। ਸੋ ਜਿਹਨੇ ਪਾਲਿਸੀ ਨਹੀਂ ਬਣਾਈ ਉਹਨੂੰ ਤਾਂ ਭੰਗ ਕਰਤਾ, ਜਿਨ੍ਹਾਂ ਨੇ ਬਣਾਈ ਹੈ ਉਹ ਉਸ ਤਰ੍ਹਾਂ ਹੀ ਕਾਇਮ ਹੈ। ਫਿਰ ਇਹ ਸੋਚਦੇ ਆ ਕਿ ਅਕਾਲੀ ਦਲ ਰਿਵਾਈਵ ਹੋ ਜਾਏਗਾ। ਮੈਨੂੰ ਇਸ ਸਿਚੁਏਸ਼ਨ ਦੇ ਵਿੱਚ ਰਿਵਾਈਵ ਹੁੰਦਾ ਲੱਗਦਾ ਨਹੀਂ। ਇਹਨਾਂ ਦੀ ਸਮੱਸਿਆ ਇਹ ਹੈ ਇਸ ਵੇਲੇ। ਇਹ ਹੁਣ ਇਹਨਾਂ ਦੇ ਜਿਹੜੇ ਬਾਕੀ ਲੀਡਰਸ ਹੈ, ਕੋਈ ਜਿਹੜੀ ਯੰਗਰ ਜਨਰੇਸ਼ਨ ਹੈ, ਉਹਨਾਂ ਨੇ ਦੇਖਣਾ ਹੈ ਕਿ ਸਿਚੁਏਸ਼ਨ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਤੇ ਕੀ ਕਰਨਾ ਹੈ। ਫੈਸਲਾ ਉਹ ਕਰ। ਲੇਕਿਨ ਜੇ ਇਸੇ ਸਿਚੁਏਸ਼ਨ ਦੇ ਵਿੱਚ ਕੋਈ ਵੀ ਲੀਡਰ ਇਸ ਕੈਲੀਬਰ ਦਾ ਜਾਂ ਇਸ ਜੁਰਤ ਦਾ ਨਹੀਂ ਬਚਿਆ ਕਿ ਉਹ ਐਡਰੈਸ ਕਰ ਸਕੇ ਆਪਣੀ ਲੀਡਰਸ਼ਿਪ ਨੂੰ ਸਿੱਧਾ ਕਿ ਸਾਨੂੰ ਇਸ ਤਰੀਕੇ ਨਾਲ ਪੇਸ਼ ਹੋਣਾ ਚਾਹੀਦਾ, ਤਾਂ ਤੁਹਾਨੂੰ ਲੱਗਦਾ ਫਿਰ ਇਹ ਪੂਰੇ ਦੀ ਪੂਰੀ ਜਿਹੜੀ ਇਸ ਦੌਰ ਦੀ ਲੀਡਰਸ਼ਿਪ ਹੈ ਔਰ ਪੂਰਾ ਢਾਂਚਾ ਹੀ ਹੈ ਜਿਹਦੇ ਵਿੱਚ ਖੜਾ ਹੈ, ਉਹਨੂੰ ਸਾਰੇ ਨੂੰ ਰੱਦ ਕਰਤਾ ਜਾਊਗਾ ਹੌਲੀ ਹੌਲੀ? ਜੇ ਢਾਂਚਾ ਤਾਂ ਰੱਦ ਆਪ ਹੀ ਕਰਤਾ ਨਾ ਸੁਖਬੀਰ ਜੀ ਨੇ। ਨਹੀਂ, ਜੇ ਜਿੰਨੀ ਲੀਡਰਸ਼ਿਪ ਪੈਦਾ ਹੋਈ ਆ 117 ਹਲਕਿਆਂ 'ਚ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਜਾਂ ਜ਼ਿਲ੍ਹਾ ਜਥੇਦਾਰ, ਹੌਲੀ ਹੌਲੀ ਇਹ ਸਾਰੇ ਫਿਰ ਦ੍ਰਿਸ਼ ਵਿੱਚੋਂ ਵੀ ਰੱਦ ਹੋ ਜਾਣਗੇ, ਜਿੱਦਾਂ ਰੱਦ ਪੋਲਿਟਿਕਸ ਵਿੱਚੋਂ ਹੋਏ ਆ, ਜਿਹੜੀ ਚੋਣ ਰਣਨੀਤੀ ਆ, ਰਾਜਨੀਤੀ, ਉਹਦੇ ਚੋਂ ਰੱਦ ਹੋਏ, ਇੱਥੇ ਵੀ ਰੱਦ ਹੋ ਜਾਣਗੇ। ਫਿਰ ਕੋਈ ਨਵੀਂ ਲੀਡਰਸ਼ਿਪ ਉੱਭਰੂਗੀ ਜਾਂ ਅਜੇ ਵੀ ਕੋਈ ਸਾਰਥਕਤਾ ਬਚੂਗੀ? ਮੈਂ ਕੱਲ ਦੇ ਇੱਕ ਸੰਦਰਭ ਦੇ ਵਿੱਚ ਇਹਦਾ ਜਵਾਬ ਦਿੰਦਾ ਜੀ। ਕੱਲ ਉੱਥੇ ਸਟੇਜ ਤੇ ਗੱਲ ਕਹੀ ਗਈ ਕਿ ਪਿੰਡ ਸੀ ਥਰਾਜ, ਮੋਗੇ ਦੇ ਨੇੜੇ ਪਿੰਡ ਹੈ ਥਰਾਜ। ਉਹ ਕਹਿੰਦੇ ਵੀ ਉੱਥੇ ਅਕਾਲੀ ਲੀਡਰਾਂ ਨੇ ਕਿਹਾ, ਜਿਹੜੇ ਬੰਦੇ ਆਉਣ ਲੱਗੇ ਸੀਗੇ ਇਸ ਕਾਨਫਰੰਸ ਵਾਸਤੇ ਬਰਗਾੜੀ, ਉਹ ਕਹਿੰਦੇ ਵੀ ਤੁਸੀਂ ਅੱਤਵਾਦੀਆਂ ਦੀ ਕਾਨਫਰੰਸ ਤੇ ਕੀ ਕਰਨ ਜਾ ਰਹੇ ਹੋ? ਜੇ ਇਹਨਾਂ ਨੇ ਹੁਣ ਵੀ ਕੋਈ ਸਬਕ ਨਹੀਂ ਸਿੱਖਿਆ ਰੰਧਾਵਾ ਜੀ, ਤੇ ਮੈਨੂੰ ਨਹੀਂ ਲੱਗਦਾ ਕਿ ਇਹ ਸਬਕ ਕੋਈ ਸਿੱਖਣਗੇ। ਇਹੀ ਗੱਲ 2018 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਰਗਾੜੀ ਮੋਰਚੇ ਦੇ ਲੀਡਰਾਂ ਬਾਰੇ ਕਹੀ ਸੀਗੀ। ਰਿਕਾਰਡ ਦਾ ਪਾਰਟ ਹੈ, ਮੈਂ ਤਾਂ ਆਪਣੇ ਵੱਲੋਂ ਤਾਂ ਕਹਿ ਨਹੀਂ ਰਿਹਾ, ਵੀਡੀਓ ਕਾਨਫਰੰਸ ਚੱਕ ਲਓ, ਵਾਰ-ਵਾਰ ਇਹਨਾਂ ਦੀ ਕਾਨਫਰੰਸਾਂ ਦੇ ਵਿੱਚ ਵੀ ਉਹੀ ਸੈਂਟੈਂਸ ਰਿਪੀਟ ਕੀਤਾ ਗਿਆ ਸੀ। ਸੋ ਮੈਂ ਇੱਥੇ ਦੁਹਰਾਉਣਾ ਨਹੀਂ ਚਾਹੁੰਦਾ। ਸੋ ਇਸ ਕਰਕੇ ਜਿਹੜੀ ਇਹ ਲੀਡਰਸ਼ਿਪ ਹੈ
ਢਾਂਚਾ ਸੁਖਬੀਰ ਜੀ ਨੇ ਭੰਗ ਕਰਤਾ। ਸੁਖਬੀਰ ਜੀ ਹਜੇ ਕਾਇਮ ਹੈਗੇ ਹੈ, ਉਹ ਕਿੰਨੀ ਦੇਰ ਕਾਇਮ ਰਹਿੰਦੇ ਆ ਇਹ ਆਉਣ ਵਾਲੀਆਂ ਹਾਲਤਾਂ ਦੱਸਣਗੀਆਂ। ਔਰ ਜੇ ਬਰਗਾੜੀ ਦਾ ਕੇਸ ਅੱਗੇ ਵੱਧਦਾ ਹੈ ਤੇ ਉਹਦੇ ਤੇ ਵੀ ਇਹ ਸਾਰਾ ਕੁਝ ਡਿਪੈਂਡ ਕਰੇਗਾ। ਜਿਹੜੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਹੈ ਉਹ ਵੀ ਡਿਪੈਂਡ ਕਰੇਗੀ ਜੇ ਕੀ ਬਰਗਾੜੀ ਦਾ ਕੇਸ ਲੌਜੀਕਲ ਕਨਕਲੂਜਨ ਤੇ ਪਹੁੰਚਦਾ ਹੈ ਕਿ ਨਹੀਂ, ਕਿਉਂਕਿ ਉਹਦੇ ਵਿੱਚ ਬਾਦਲ ਪਰਿਵਾਰ ਦੇ 2 ਮੈਂਬਰਾਂ ਦੇ ਨਾਂ ਹੈਗੇ। ਇੱਕ ਲਾਸਟ ਸਟੇਟਮੈਂਟ ਵਰਗੀ ਤੁਹਾਡੀ ਮੈਂ ਗੱਲ ਲੈਣੀ ਹੈ ਕਿ ਕੀ ਜੇਕਰ ਇਹ ਬਿਲਕੁਲ ਹੀ ਕੁਝ ਵੀ ਨਹੀਂ ਬਦਲਦੇ ਔਰ ਇਹ ਭੰਬਲ ਭੂਸਾ ਇਹ ਇਵੇਂ ਹੀ ਚੱਲਦਾ ਰਹਿੰਦਾ ਹੈ ਔਰ ਇਹ ਕਸ਼ਮਕਸ਼ ਵੀ ਨਹੀਂ ਮੁੱਕਦੀ, ਤਾਂ ਇਹਨਾਂ ਦਾ ਸਥਾਨ ਲੈਣ ਲਈ ਅਕਾਲੀ ਪੋਲਿਟਿਕਸ ਵਰਗਾ ਹੀ ਕੁਝ ਆਊਗਾ ਜਾਂ ਤੁਹਾਨੂੰ ਕੁਝ ਹੋਰ ਵੱਖਰਾ ਹੁੰਦਾ ਨਜ਼ਰ ਆਉਂਦਾ? ਕਿਉਂਕਿ ਇਹੋ ਜਿਹੀਆਂ ਸਥਿਤੀਆਂ ਬਹੁਤ ਹੀ ਦੇਰ ਬਣੀਆਂ ਨਹੀਂ ਰਹਿੰਦੀਆਂ। ਵੱਧ ਤੋਂ ਵੱਧ 6 ਮਹੀਨੇ 1 ਸਾਲ ਤੱਕ ਜੇ ਅਕਾਲੀ ਦਲ ਇਦਾਂ ਹੀ ਆਪਸ ਵਿੱਚ ਰਿਫਟ ਵਿੱਚ ਰਹਿੰਦਾ, ਇਹ ਰਫੜ ਪਏ ਰਹਿੰਦੇ ਆ, ਤਾਂ ਫਿਰ ਇਹਨਾਂ ਦੀ ਜਗ੍ਹਾ ਕੋਈ ਹੋਰ ਲੈ ਲੇਗਾ। ਸਨ ਜਰਨੈਲ ਸਿੰਘ ਅਕਾਲੀ ਸਿਆਸਤ ਦਾ ਹਿੱਸਾ ਸੀ, ਉੱਥੋਂ ਹੀ ਨਿਕਲੇ ਸੀ ਤੇ ਮੋਰਚਾ ਵੀ ਜਿਹੜਾ ਧਰਮਿਅਤ ਮੋਰਚਾ ਸੀ ਉਹੀ ਚਲਾਉਂਦਾ ਰਿਹਾ ਬੜੇ ਮਹੀਨੇ। ਜੀ ਉਹ ਵਿੱਚੋਂ ਹੀ ਕਈ ਵਾਰੀ ਨਿਕਲਦਾ ਹੁੰਦਾ, ਉਹ ਵਿੱਚੋਂ ਹੀ ਨਿਕਲੇ ਸੀਗੇ, ਬਾਹਰੋਂ ਨਹੀਂ ਸੀ ਆਏ। ਉਹ ਅਕਾਲੀ ਸਿਆਸਤ ਦਾ ਹੀ ਪਾਰਟ ਸੀ। ਹੁਣ ਵੀ ਮੈਂ ਐਕਸਪੈਕਟ ਕਰਦਾ ਹਾਂ ਕਿ ਜਿਹੜੀ ਬਰਾਡਰ ਅਕਾਲੀ ਸਿਆਸਤ ਹੈ ਉਹਦੇ ਵਿੱਚੋਂ ਨਵੀਂ ਲੀਡਰਸ਼ਿਪ ਪੈਦਾ ਹੋਏਗੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਜੀ।